ਅੱਜ ਦੀ ਵੀਡੀਓ ਵਿੱਚ ਅਸੀਂ ਸਮਝਾਂਗੇ ਸੈਕਸ਼ਨ 89 ਦੇ ਵਿੱਚ ਰਿਲੀਫ ਕਦੋਂ ਮਿਲਦੀ ਹੈ। ਇਹ ਰਿਲੀਫ ਉਦੋਂ ਮਿਲਦੀ ਹੈ ਜਦੋਂ ਸਾਨੂੰ ਕੋਈ ਪਿਛਲੇ ਫਾਈਨੈਂਸ਼ੀਅਲ ਈਅਰਸ ਦੇ ਏਰੀਅਰ ਇਸ ਸਾਲ ਵਿੱਚ ਮਿਲੇ ਹੋਣ ਅਤੇ ਉਹਨਾਂ ਏਰੀਅਰਸ ਨੂੰ ਅਸੀਂ ਉਹਨਾਂ ਦੇ ਸੰਬੰਧਿਤ ਫਾਈਨੈਂਸ਼ੀਅਲ ਈਅਰ ਵਿੱਚ ਹੀ ਟੈਕਸ ਕੈਲਕੂਲੇਟ ਕਰਕੇ ਆਪਣੀ ਕੰਪਿਊਟੇਸ਼ਨ ਕਰਦੇ ਹਾਂ। ਤੇ ਹੁਣ ਵੇਖੋ ਤੁਸੀਂ ਅੱਜ ਦੀ ਐਗਜ਼ਾਮਪਲ ਵਿੱਚ ਮੇਰੀ ਟੋਟਲ ਟੈਕਸੇਬਲ ਇਨਕਮ ਹੈ 5,23,000 ਰੁਪਏ, ਜਿਸ ਉੱਪਰ 17,784 ਰੁਪਏ ਟੈਕਸ ਬਣਿਆ ਹੈ ਅਤੇ ਉਹਨਾਂ ਹੀ ਮੈਂ ਰਿਲੀਫ ਦੇ ਵਿੱਚ ਲਿਖ ਦਿੱਤਾ ਹੈ। ਹੁਣ ਇਸ 5,23,000 ਵਿੱਚੋਂ 24,000 ਰੁਪਇਆ ਮੈਨੂੰ ਏਰੀਅਰ ਦੇ ਤੌਰ ਤੇ ਮਿਲਿਆ ਹੈ, ਜੋ ਕਿ ਮੇਰੀ ਪਿਛਲੇ ਫਾਈਨੈਂਸ਼ੀਅਲ ਈਅਰ ਦੀ ਇਨਕਮ ਸੀ, ਜੋ ਇਸ ਵਾਰੀ ਮੈਨੂੰ ਏਰੀਅਰ ਦੇ ਤੌਰ ਤੇ ਮਿਲੀ ਹੈ। ਸੋ ਅਸੀਂ ਵੇਖਾਂਗੇ ਕਿ ਸੈਕਸ਼ਨ 89 ਅੰਡਰ ਰਿਲੀਫ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ। ਇਸ ਲਈ ਸਾਨੂੰ ਇੱਕ 10A ਫਾਰਮ ਫਿਲ ਕਰਨ ਦੀ ਜ਼ਰੂਰਤ ਪੈਂਦੀ ਹੈ। ਇਨਕਮ ਟੈਕਸ ਦੇ ਰੂਲਸ ਕਹਿੰਦੇ ਹਨ ਕਿ ਏਰੀਅਰ ਜਿਸ ਸਾਲ ਵਿੱਚ ਤੁਹਾਨੂੰ ਮਿਲਿਆ ਹੈ, ਤੁਸੀਂ ਉਸ ਸਾਲ ਦੀ ਇਨਕਮ ਵਿੱਚ ਉਸ ਨੂੰ ਇਨਕਲੂਡ ਕਰਕੇ ਟੈਕਸ ਕੈਲਕੂਲੇਟ ਕਰ ਸਕਦੇ ਹੋ, ਜਾਂ ਫਿਰ ਉਸ ਏਰੀਅਰ ਨੂੰ ਜਿਸ ਫਾਈਨੈਂਸ਼ੀਅਲ ਈਅਰ ਦਾ ਉਹ ਏਰੀਅਰ ਸੀ ਉਸ ਸਾਲ ਵਿੱਚ ਇਨਕਮ ਦੇ ਵਿੱਚ ਐਡ ਕਰਕੇ ਉਸ ਸਾਲ ਦੇ ਹਿਸਾਬ ਨਾਲ ਤੁਸੀਂ ਟੈਕਸ ਕੈਲਕੂਲੇਟ ਕਰ ਸਕਦੇ ਹੋ। ਇਹਨਾਂ ਦੋਵਾਂ ਵਿੱਚੋਂ ਕੋਈ ਵੀ ਇੱਕ ਆਪਸ਼ਨ ਤੁਸੀਂ ਚੁਣ ਸਕਦੇ ਹੋ ਜਿਸ ਵਿੱਚ ਤੁਹਾਨੂੰ ਫਾਇਦਾ ਹੁੰਦਾ ਹੋਵੇ, ਤੁਹਾਡਾ ਟੈਕਸ ਘਟਦਾ ਹੋਵੇ। ਥੋੜ੍ਹਾ ਜਿਹਾ ਅੱਜ ਸਮਝਾਂਗੇ ਇਹ ਰਿਲੀਫ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ ਅਤੇ ਕਿਸ ਸਮੇਂ 'ਤੇ ਸਾਨੂੰ ਇਸ 10E ਫਾਰਮ ਭਰਨ ਦੇ ਨਾਲ ਬੈਨੀਫਿਟ ਹੋ ਸਕਦਾ ਹੈ ਅਤੇ ਕਿਸ ਵਿੱਚ ਸਾਨੂੰ ਕੋਈ ਬੈਨੀਫਿਟ ਨਹੀਂ ਹੋ ਸਕਦਾ। ਇਸ ਕੰਮ ਲਈ ਮੈਂ ਇੱਕ ਐਕਸਲ ਸ਼ੀਟ ਤਿਆਰ ਕੀਤੀ ਹੈ ਜਿਸ ਨਾਲ ਤੁਹਾਨੂੰ ਸਮਝਾਇਆ ਜਾ ਸਕੇ। ਤੁਸੀਂ ਵੇਖੋਗੇ ਕਿ ਇਹਦੇ ਵਿੱਚ ਮੈਂ ਦੋ ਬਲਾਕ ਬਣਾਏ ਹਨ, A ਅਤੇ B। ਪਹਿਲਾਂ A ਦੇ ਵਿੱਚ ਚੱਲਦੇ ਹਾਂ। ਅੱਜ ਦੀ ਐਗਜ਼ਾਮਪਲ ਦੇ ਵਿੱਚੋਂ ਹੀ ਮੇਰੇ ਇਸ ਸਾਲ ਦੀ ਇਨਕਮ ਵਿਦਆਊਟ ਏਰੀਅਰ ਸੀ 4,99,000 ਰੁਪਇਆ, ਜਿਸ ਵਿੱਚੋਂ 24,000 ਰੁਪਇਆ ਮੈਨੂੰ ਏਰੀਅਰ ਮਿਲਿਆ ਸੀ, ਜਿਸ ਨਾਲ ਮੇਰੀ ਟੋਟਲ ਇਨਕਮ 5,23,000 ਬਣ ਗਈ ਸੀ। ਇਸ ਉੱਤੇ ਮੇਰਾ ਟੋਟਲ ਟੈਕਸ 17,784 ਰੁਪਏ ਬਣ ਗਿਆ ਹੈ। ਹੁਣ ਮੇਰੀ ਲਾਸਟ ਈਅਰ ਦੀ ਇਨਕਮ ਸੀ 4,70,000 ਰੁਪਏ, ਜਿਸ ਵਿੱਚ ਏਰੀਅਰ ਕੋਈ ਨਹੀਂ ਸੀ ਅਤੇ ਮੇਰਾ ਇਨਕਮ ਟੈਕਸ 4,70,000 ਰੁਪਏ ਉੱਪਰ ਪਿਛਲੇ ਫਾਈਨੈਂਸ਼ੀਅਲ ਈਅਰ ਵਿੱਚ 0 ਸੀ ਅਤੇ ਟੋਟਲ ਟੈਕਸ A ਬਲਾਕ ਦੇ ਵਿੱਚ ਦੋਵਾਂ ਫਾਈਨੈਂਸ਼ੀਅਲ ਈਅਰ ਨੂੰ ਦੇ ਟੈਕਸ ਨੂੰ ਐਡ ਕਰਕੇ 17,784 ਰੁਪਏ ਬਣ ਰਿਹਾ ਹੈ। ਇਹ ਟੈਕਸ ਉਦੋਂ ਬਣੇਗਾ ਅਗਰ ਤੁਸੀਂ ਏਰੀਅਰ ਨੂੰ ਉਸੇ ਸਾਲ ਵਿੱਚ ਕੈਲਕੂਲੇਟ ਕਰ ਰਹੇ ਹੋ ਜਿਸ ਸਾਲ ਵਿੱਚ ਉਹ ਤੁਹਾਨੂੰ ਮਿਲਿਆ ਹੈ, ਨਾ ਕਿ ਜਿਸ ਸਾਲ ਦਾ ਉਹ ਹੈ। ਇਸ ਏਰੀਅਰ ਨੂੰ ਪਿਛਲੇ ਫਾਈਨੈਂਸ਼ੀਅਲ ਈਅਰ ਵਿੱਚ ਐਡ ਕਰਕੇ ਵੇਖਦੇ ਹਾਂ ਕਿ ਸਾਨੂੰ ਕੋਈ ਟੈਕਸ ਦੇ ਵਿੱਚ ਬੈਨੀਫਿਟ ਮਿਲਦਾ ਹੈ। ਹੁਣ ਅਸੀਂ ਇਸ ਨੂੰ 2020-21 ਦੀ ਜਗ੍ਹਾ 'ਤੇ ਬਲਾਕ B ਦੇ ਵਿੱਚ 2019-20 ਦੇ ਵਿੱਚ ਪਾ ਕੇ ਵੇਖਾਂਗੇ। 2019-20 ਫਾਈਨੈਂਸ਼ੀਅਲ ਈਅਰ ਦੀ ਟੋਟਲ ਟੈਕਸੇਬਲ ਇਨਕਮ 4,94,000 ਹੈ ਅਤੇ 2020-21 ਦੀ ਮੇਰੀ ਟੋਟਲ ਟੈਕਸੇਬਲ ਇਨਕਮ ਬਣ ਗਈ ਹੈ 4,99,000 ਰੁਪਇਆ। ਇਹ ਦੋਵੇਂ ਇਨਕਮ 5 ਲੱਖ ਤੋਂ ਘੱਟ ਹੋਣ ਕਰਕੇ ਟੈਕਸ 0 ਹੈ। ਬਲਾਕ A ਦੇ ਵਿੱਚ ਅਗਰ ਉਸ ਨੂੰ ਅਸੀਂ 10E ਫਾਰਮ ਦੀ ਵਰਤੋਂ ਨਹੀਂ ਕਰਦੇ ਤੇ ਸਾਡਾ ਟੈਕਸ ਬਣਦਾ ਹੈ 17,784 ਰੁਪਏ ਅਤੇ ਬਲਾਕ B ਦੇ ਵਿੱਚ 10E ਫਾਰਮ ਦੀ ਵਰਤੋਂ ਦੇ ਨਾਲ ਏਰੀਅਰ ਨੂੰ ਆਪਣੇ ਸੰਬੰਧਿਤ ਫਾਈਨੈਂਸ਼ੀਅਲ ਈਅਰ ਵਿੱਚ ਐਡ ਕਰਕੇ ਟੈਕਸ ਕੈਲਕੂਲੇਟ ਕਰਦੇ ਹਾਂ ਤੇ ਸਾਡਾ ਟੈਕਸ ਬਣਦਾ ਹੈ 0, ਜਿਸ ਨਾਲ ਸਾਡੀ 89 ਸੈਕਸ਼ਨ ਅੰਡਰ ਜਿਹੜੀ ਰਿਲੀਫ ਹੈ ਉਹ 17,784 ਰੁਪਏ ਬਣ ਜਾਂਦੀ ਹੈ। ਤੁਸੀਂ ਵੇਖੋਗੇ ਕਿ 17,784 ਰੁਪਏ ਜਿਹੜੀ ਸਾਡੀ ਸੈਕਸ਼ਨ 89 ਦੇ ਵਿੱਚ ਜਿਹੜੀ ਰਿਲੀਫ ਹੈ ਉਹ ਕਿਵੇਂ ਬਣੀ ਹੈ। ਹੁਣ ਅਸੀਂ ਕੁਝ ਹੋਰ ਐਗਜ਼ਾਮਪਲਸ ਲੈਂਦੇ ਹਾਂ, ਵੇਖਦੇ ਹਾਂ ਕਿ ਉਹਨਾਂ ਵਿੱਚ ਰਿਲੀਫ ਕਿਵੇਂ ਕੈਲਕੂਲੇਟ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਅਸੀਂ ਇਸੇ ਐਗਜ਼ਾਮਪਲ ਦੇ ਵਿੱਚ ਚੇਂਜ ਕਰਦੇ ਹਾਂ ਕਿ ਪਿਛਲੇ ਸਾਲ ਸਾਡੀ ਇਨਕਮ ਜਿਹੜੀ ਸੀ ਉਹ 4,90,000 ਸੀ। ਤੁਸੀਂ ਵੇਖੋਗੇ ਬਲਾਕ A ਦੇ ਵਿੱਚ ਜਿਹੜਾ ਟੈਕਸ ਹੈ ਉਹ ਸੇਮ ਹੀ ਰਹਿੰਦਾ ਵਾ 17,784 ਰੁਪਏ, ਪਰ ਬਲਾਕ B ਦੇ ਵਿੱਚ ਉਸ ਇਨਕਮ ਨੂੰ ਉਸ ਦੇ ਫਾਈਨੈਂਸ਼ੀਅਲ ਈਅਰ ਵਿੱਚ ਜਿਸ ਨਾਲ ਉਹ ਸੰਬੰਧਿਤ ਸੀ ਉਸ ਵਿੱਚ ਕੈਲਕੂਲੇਟ ਕਰਨ ਨਾਲ ਸਾਡਾ ਜਿਹੜਾ ਟੈਕਸ ਹੈ ਉਹ 15,912 ਬਣਦਾ ਬਲਾਕ ਦਾ। ਇਸ ਕੇਸ ਵਿੱਚ ਸਾਡੀ ਜਿਹੜੀ ਰਿਲੀਫ ਹੈ ਉਹ ਸਿਰਫ 1,872 ਰੁਪਏ ਬਣ ਰਹੀ ਹੈ। ਇਸ ਐਗਜ਼ਾਮਪਲ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਏਰੀਅਰ ਆਪਣੇ 19-20 ਫਾਈਨੈਂਸ਼ੀਅਲ ਈਅਰ ਦੇ ਵਿੱਚ ਐਡ ਕਰਦੇ ਹਾਂ ਤੇ ਸਾਡੀ ਇਨਕਮ 5,14,000 ਰੁਪਏ ਹੋ ਜਾਂਦੀ ਹੈ, ਜਿਸ ਨਾਲ ਉਹ ਟੈਕਸੇਬਲ ਸਲੈਬ ਵਿੱਚ ਚਲੇ ਜਾਂਦਾ ਹੈ, ਜਿਸ ਦਾ ਟੈਕਸ 15,912 ਹੈ। ਸੋ ਇਸ ਕਰਕੇ ਸਾਡਾ ਇਹ ਟੈਕਸ ਪਿਛਲੀ ਐਗਜ਼ਾਮਪਲ ਨਾਲੋਂ ਵੱਧ ਗਿਆ ਹੈ, ਪਰ ਇਹ ਫਿਰ ਵੀ ਇਸ ਵਿੱਚ ਰਿਲੀਫ ਜਿਹੜੀ ਆ ਉਹ ਸਾਨੂੰ ਮਿਲ ਰਹੀ ਹੈ। ਹੁਣ ਇੱਕ ਦੋ ਹੋਰ ਐਗਜ਼ਾਮਪਲਸ ਲੈਂਦੇ ਆਪਾਂ। ਉਦਾਹਰਨ ਦੇ ਤੌਰ 'ਤੇ ਸਾਡੀ ਫਾਈਨੈਂਸ਼ੀਅਲ ਈਅਰ 19-20 ਦੀ ਇਨਕਮ 5.5 ਲੱਖ ਰੁਪਇਆ ਸੀ ਅਤੇ ਕਰੰਟ ਫਾਈਨੈਂਸ਼ੀਅਲ ਈਅਰ ਦੀ ਇਨਕਮ ਸਾਡੀ 6 ਲੱਖ ਰੁਪਏ, ਜਿਸ ਵਿੱਚ ਏਰੀਅਰ 24,000 ਹੀ ਅਸੀਂ ਰੱਖਾਂਗੇ।
ਹੁਣ ਪਹਿਲੀ ਐਗਜ਼ਾਮਪਲ ਦੇ ਵਿੱਚ ਵੇਖਦੇ ਹਾਂ ਬਲਾਕ ਏ ਦੇ ਵਿੱਚ ਫਾਈਨੈਂਸ਼ੀਅਲ ਈਅਰ 19-20 ਦੀ ਜਿਹੜੀ ਸਾਡਾ ਟੈਕਸ ਹੈ ਉਹ 23,400 ਹੈ ਅਤੇ ਫਾਈਨੈਂਸ਼ੀਅਲ ਈਅਰ 20-21 ਦਾ ਜਿਹੜਾ ਟੈਕਸ ਹੈ ਏਰੀਅਰ ਇਨਕਲੂਡ ਕਰਕੇ ਉਹ 38,792 ਰੁਪਏ ਹੈ, ਜਿਸ ਨਾਲ ਸਾਡਾ ਟੋਟਲ ਟੈਕਸ ਦੋਵਾਂ ਸਾਲਾਂ ਦਾ ਮਿਲਾ ਕੇ ਬਲਾਕ ਏ ਦੇ ਵਿੱਚ 62,192 ਬਣਦਾ ਹੈ। ਇਸੇ ਤਰ੍ਹਾਂ ਬਲਾਕ ਬੀ ਦੇ ਵਿੱਚ ਅਗਰ ਅਸੀਂ 10E ਫਾਰਮ ਦੀ ਵਰਤੋਂ ਕਰਦੇ ਹਾਂ ਅਤੇ ਉਸ ਏਰੀਅਰ ਨੂੰ ਆਪਣੇ ਫਾਈਨੈਂਸ਼ੀਅਲ ਈਅਰ ਵਿੱਚ ਕੈਲਕੂਲੇਟ ਕਰਦੇ ਹਾਂ ਤੇ ਸਾਡੀ 19-20 ਦੀ ਜਿਹੜੀ ਟੈਕਸ ਕੈਲਕੂਲੇਸ਼ਨ ਹੈ ਉਹ ਹੈ 28,392 ਰੁਪਏ ਅਤੇ 20-21 ਦਾ ਟੈਕਸ ਹੈ 33,800 ਰੁਪਏ। ਤੁਸੀਂ ਵੇਖੋਗੇ ਕਿ ਬਲਾਕ ਏ ਦੇ ਵਿੱਚ 19-20 ਫਾਈਨੈਂਸ਼ੀਅਲ ਈਅਰ ਨਾਲੋਂ ਬਲਾਕ ਬੀ ਦੇ 19-20 ਫਾਈਨੈਂਸ਼ੀਅਲ ਈਅਰ ਦਾ ਟੈਕਸ ਵੱਧ ਹੈ। ਇਸੇ ਤਰ੍ਹਾਂ ਬਲਾਕ ਏ ਦੇ 2020-21 ਦੇ ਇਨਕਮ ਟੈਕਸ ਦੇ ਮੁਕਾਬਲੇ 2020-21 ਦਾ ਇਨਕਮ ਟੈਕਸ ਘੱਟ ਹੈ, ਪਰ ਵੇਖੋਗੇ ਕਿ ਦੋਵਾਂ ਦਾ ਜਿਹੜਾ ਟੋਟਲ ਟੈਕਸ ਹੈ 2 ਸਾਲਾਂ ਦਾ ਉਹ ਬਿਲਕੁਲ ਬਰਾਬਰ ਹੈ। ਇਸ ਨਾਲ ਸਾਨੂੰ ਰਿਲੀਫ ਜਿਹੜੀ 89 ਸੈਕਸ਼ਨ ਅੰਡਰ ਕੋਈ ਵੀ ਨਹੀਂ ਮਿਲੇਗੀ। ਬੇਸਿਕ ਚੀਜ਼ ਇਹ ਯਾਦ ਰੱਖਣੀ ਹੈ ਕਿ ਅਗਰ ਤੁਹਾਨੂੰ ਜਿਸ ਸਾਲ ਦਾ ਏਰੀਅਰ ਮਿਲਿਆ ਹੈ ਉਸ ਵਿੱਚ ਵੀ ਤੁਸੀਂ ਸੇਮ ਸਲੈਬ ਦੇ ਵਿੱਚ ਹੋਵੋ ਅਤੇ ਜਿਸ ਸਾਲ ਵਿੱਚ ਉਹ ਏਰੀਅਰ ਮਿਲਦਾ ਹੈ ਕਰੰਟ ਈਅਰ ਤੁਹਾਡਾ ਉਸ ਵਿੱਚ ਵੀ ਤੁਸੀਂ ਸੇਮ ਸਲੈਬ ਦੇ ਵਿੱਚ ਹੋਵੋ। ਉਦਾਹਰਨ ਦੇ ਤੌਰ ਤੇ ਤੁਹਾਡੀ ਪਿਛਲੀ ਇਨਕਮ ਵੀ 20% ਸਲੈਬ ਦੇ ਵਿੱਚ ਸੀ ਟੈਕਸ ਦੇ ਅਤੇ ਇਸ ਸਾਲ ਦੀ ਵੀ ਜਿਹੜੀ ਤੁਹਾਡੀ ਇਨਕਮ ਹੈ ਉਹ 20% ਟੈਕਸ ਸਲੈਬ ਦੇ ਵਿੱਚ ਫਾਲ ਕਰਦੀ ਹੈ ਤਾਂ ਤੁਹਾਨੂੰ 10E ਫਾਰਮ ਭਰਨ ਦੇ ਨਾਲ ਕੋਈ ਵੀ ਬੈਨੀਫਿਟ ਨਹੀਂ ਹੋਵੇਗਾ। ਹੁਣ ਅਸੀਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ ਜਿਹਦੇ ਵਿੱਚ ਕੁਝ ਬੈਨੀਫਿਟ ਸਾਨੂੰ ਹੋ ਸਕਦਾ। ਅਸੀਂ 2019-20 ਫਾਈਨੈਂਸ਼ੀਅਲ ਈਅਰ ਦੀ ਜਿਹੜੀ ਇਨਕਮ ਹੈ ਉਹ ਲੈਂਦੇ ਹਾਂ 9 ਲੱਖ ਰੁਪਇਆ ਅਤੇ 2020-21 ਫਾਈਨੈਂਸ਼ੀਅਲ ਈਅਰ ਦੀ ਇਨਕਮ ਲੈਂਦੇ ਹਾਂ 11 ਲੱਖ ਰੁਪਇਆ। ਅਸੀਂ 1.5 ਲੱਖ ਰੁਪਇਆ ਏਰੀਅਰ ਲੈਂਦੇ ਹਾਂ। ਹੁਣ ਤੁਸੀਂ ਇੱਥੇ ਵੇਖੋਗੇ ਕਿ ਬਲਾਕ ਏ ਦੇ ਵਿੱਚ ਜਿਹੜਾ ਸਾਡਾ ਟੋਟਲ ਟੈਕਸ ਹੈ ਉਹ ਬਣਿਆ 2,91,200 ਰੁਪਇਆ ਅਤੇ ਬਲਾਕ ਬੀ ਦਾ ਜਿਹੜਾ ਸਾਡਾ ਟੈਕਸ ਬਣਿਆ ਉਹ ਬਣਿਆ 2,80,800 ਰੁਪਇਆ। ਇਸ ਐਗਜ਼ਾਮਪਲ ਦੇ ਵਿੱਚ ਅਸੀਂ ਵੇਖਾਂਗੇ ਕਿ ਜੋ ਸਾਡੀ ਇਨਕਮ ਪਿਛਲੇ ਫਾਈਨੈਂਸ਼ੀਅਲ ਈਅਰ ਦੀ ਸੀ ਉਹ 20% 'ਚ ਫਾਲ ਕਰਦੀ ਸੀ ਅਤੇ ਜਿਹੜੀ ਕਰੰਟ ਈਅਰ ਦੀ ਇਨਕਮ ਹੈ ਉਹ ਸਾਡੀ 30% ਸਲੈਬ ਦੇ ਵਿੱਚ ਫਾਲ ਕਰਦੀ ਹੈ। ਪਿਛਲੇ ਫਾਈਨੈਂਸ਼ੀਅਲ ਈਅਰ ਵਿੱਚ ਅਸੀਂ ਜਦੋਂ ਏਰੀਅਰ ਨੂੰ ਇਨਕਲੂਡ ਕੀਤਾ 1.5 ਲੱਖ ਰੁਪਏ ਨੂੰ ਤੇ ਸਾਡੀ ਇਨਕਮ ਉਹ ਵੀ 30% ਵਿੱਚ ਚਲੀ ਗਈ। ਤੁਸੀਂ ਵੇਖੋਗੇ ਕਿ ਜਿਹੜਾ 1.5 ਲੱਖ ਰੁਪਏ ਏਰੀਅਰ ਸੀ ਉਸ ਦਾ ਸਿਰਫ 50,000 ਰੁਪਇਆ ਹੀ 30% ਸਲੈਬ ਦੇ ਵਿੱਚ ਆ ਰਿਹਾ ਹੈ। ਜਿਹੜਾ 1 ਲੱਖ ਰੁਪਏ ਉਹ 20% ਦੇ ਹਿਸਾਬ ਨਾਲ ਹੀ ਉਸ ਉੱਪਰ ਟੈਕਸ ਦੀ ਕੈਲਕੂਲੇਸ਼ਨ ਹੋ ਰਹੀ ਹੈ। ਸੋ ਉਸ ਕਰਕੇ ਹੀ ਸਾਨੂੰ ਇੱਥੇ ਸੈਕਸ਼ਨ 89 ਦੇ ਵਿੱਚ 10,000 ਰੁਪਏ ਦਾ ਰਿਲੀਫ ਮਿਲ ਰਿਹਾ ਹੈ। ਹੁਣ ਇੱਕ ਇਦਾਂ ਦੀ ਐਗਜ਼ਾਮਪਲ ਚੈੱਕ ਕਰਾਂਗੇ ਜਿਸ ਵਿੱਚ ਅਸੀਂ ਵੇਖਾਂਗੇ ਕਿ ਸਾਨੂੰ 10E ਫਾਰਮ ਭਰਨ ਦੇ ਨਾਲ ਨੈਗੇਟਿਵ ਇਫੈਕਟ ਪੈਂਦਾ ਸਾਡੇ ਕੇਸ ਦੇ ਉੱਤੇ। ਉਦਾਹਰਨ ਦੇ ਤੌਰ ਤੇ ਅਸੀਂ ਲਾਸਟ ਈਅਰ ਦੀ ਇਨਕਮ ਲੈਂਦੇ 4,90,000 ਰੁਪਇਆ ਅਤੇ ਕਰੰਟ ਈਅਰ ਦੀ ਇਨਕਮ ਅਸੀਂ ਲੈਂਦੇ ਹਾਂ 5,05,000 ਰੁਪਇਆ ਅਤੇ ਏਰੀਅਰ ਜਿਹੜਾ ਮਿਲਿਆ ਉਹ ਸਾਨੂੰ 15,000 ਰੁਪਇਆ ਮਿਲਿਆ ਹੈ। ਹੁਣ ਅਸੀਂ ਵੇਖਾਂਗੇ ਫਸਟ ਬਲਾਕ ਦੇ ਵਿੱਚ 2019-20 ਫਾਈਨੈਂਸ਼ੀਅਲ ਈਅਰ ਦੇ ਵਿੱਚ ਸਾਡਾ ਟੈਕਸ 0 ਬਣਦਾ ਅਤੇ ਏਰੀਅਰ ਨੂੰ ਕਰੰਟ ਈਅਰ ਦੇ ਵਿੱਚ ਇਨਕਲੂਡ ਕਰਕੇ ਸਾਡਾ ਇਨਕਮ ਟੈਕਸ 17,160 ਰੁਪਏ ਬਣ ਰਿਹਾ ਹੈ ਜੋ ਕਿ ਟੋਟਲ 17,160 ਰੁਪਏ ਹੈ। ਇਸੇ ਤਰ੍ਹਾਂ ਟੋਟਲ ਏਰੀਅਰ ਨੂੰ ਹੀ ਲਾਸਟ ਫਾਈਨੈਂਸ਼ੀਅਲ ਈਅਰ ਵਿੱਚ ਐਡ ਕਰਦੇ ਹਾਂ ਬਲਾਕ ਬੀ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਾਡਾ 2019-20 ਦਾ ਇਨਕਮ ਟੈਕਸ ਹੈ ਉਹ ਬਣ ਰਿਹਾ 14,040 ਰੁਪਏ ਅਤੇ ਇਸੇ ਤਰ੍ਹਾਂ 2020-21 ਦਾ ਟੋਟਲ ਟੈਕਸ ਬਣ ਰਿਹਾ 14,040 ਰੁਪਏ। ਬੀ ਬਲਾਕ ਵਿੱਚ ਤੁਸੀਂ ਵੇਖੋਗੇ ਕਿ ਏਰੀਅਰ ਨੂੰ 2019-20 ਫਾਈਨੈਂਸ਼ੀਅਲ ਈਅਰ ਦੇ ਵਿੱਚ ਐਡ ਕਰਨ ਦੇ ਨਾਲ ਸਾਡੀ ਜਿਹੜੀ 2019-20 ਦੀ ਇਨਕਮ ਹੈ ਉਹ ਟੈਕਸੇਬਲ ਸਲੈਬ ਦੇ ਵਿੱਚ ਆ ਗਈ ਹੈ। ਇਸ ਕਰਕੇ ਉਸ ਵਿੱਚ ਸਾਨੂੰ 14,040 ਰੁਪਏ ਦਾ ਟੈਕਸ ਲੱਗ ਰਿਹਾ ਹੈ ਅਤੇ ਏਰੀਅਰ ਸਾਡੀ ਕਰੰਟ ਇਨਕਮ ਦੇ ਵਿੱਚੋਂ ਬਾਹਰ ਕੱਢਣ ਦੇ ਬਾਵਜੂਦ ਵੀ ਅਸੀਂ ਟੈਕਸੇਬਲ ਇਨਕਮ ਦੇ ਵਿੱਚੋਂ ਬਾਹਰ ਨਹੀਂ ਜਾ ਰਹੇ। ਇਸ ਕਰਕੇ ਦੋਵਾਂ ਇਨਕਮ ਦੇ ਉੱਪਰ ਟੈਕਸ ਸਾਨੂੰ ਲੱਗ ਗਿਆ ਹੈ ਜਿਸ ਨਾਲ ਸਾਡਾ ਇਸ ਬਲਾਕ ਦਾ ਟੋਟਲ ਟੈਕਸ 28,000 ਬਣ ਚੁੱਕਾ ਹੈ, ਜਿਸ ਨਾਲ ਸਾਨੂੰ ਅਗਰ ਅਸੀਂ ਇਸ ਰਸਤੇ ਤੇ ਚੱਲਦੇ ਹਾਂ ਤੇ ਸਾਨੂੰ 10,920 ਰੁਪਏ ਅਲੱਗ ਤੋਂ ਇਨਕਮ ਟੈਕਸ ਐਕਸਟਰਾ ਪੇ ਕਰਨਾ ਪਊਗਾ। ਸੋ ਇਸ ਐਗਜ਼ਾਮਪਲ ਦੇ ਵਿੱਚ 10E ਫਾਰਮ ਫਿਲ ਕਰਨ ਦੇ ਨਾਲ ਸਾਨੂੰ ਨੈਗੇਟਿਵ ਇਫੈਕਟ ਮਿਲ ਰਿਹਾ ਹੈ। ਹੁਣ ਇੱਥੇ ਇੱਕ ਚੀਜ਼ ਹੋਰ ਧਿਆਨ ਦੇਣੀ ਹੈ, ਅਸੀਂ ਥੋੜੀ ਐਗਜ਼ਾਮਪਲ ਚੇਂਜ ਕਰਦੇ ਹਾਂ ਤੁਹਾਨੂੰ ਈਜ਼ੀ ਵੇ ਨਾਲ ਸਮਝਾਉਣ ਲਈ ਅਸੀਂ ਇਸ ਏਰੀਅਰ ਨੂੰ 12,000 ਰੁਪਇਆ ਕਰ ਦਿੰਦੇ ਹਾਂ। ਤੁਸੀਂ ਵੇਖੋਗੇ ਇਸ ਐਗਜ਼ਾਮਪਲ ਵਿੱਚ 12,000 ਏਰੀਅਰ ਇਨਕਲੂਡ ਕਰਨ ਦੇ ਨਾਲ ਸਾਡੀ ਰਿਲੀਫ ਨੈਗੇਟਿਵ ਵਿੱਚ ਹੈ। ਹੁਣ ਇਸ ਐਗਜ਼ਾਮਪਲ ਨੂੰ ਅਸੀਂ ਆਪਣੇ ਬੈਨੀਫਿਟ ਲਈ ਕਿਵੇਂ ਯੂਜ਼ ਕਰ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਤੁਹਾਨੂੰ ਕੋਈ ਪਿਛਲੇ ਸਾਲ ਦਾ ਕੋਈ ਏਰੀਅਰ ਮਿਲਿਆ ਹੈ ਜੋ ਕਿ 1,000 ਰੁਪਏ ਪਰ ਮੰਥ ਸੀ, ਜਿਸ ਨਾਲ ਉਹ ਤੁਹਾਨੂੰ 12,000 ਰੁਪਇਆ ਐਨੂਅਲੀ ਬਣ ਗਿਆ ਹੈ। ਇੱਥੇ ਅਸੀਂ ਇਸ ਤਰੀਕੇ ਨਾਲ ਇਸ ਨੂੰ ਯੂਜ਼ ਕਰ ਸਕਦੇ ਹਾਂ ਕਿ ਅਸੀਂ 12,000 ਦਾ 12,000 ਹੀ ਪਿਛਲੇ ਫਾਈਨੈਂਸ਼ੀਅਲ ਈਅਰ ਵਿੱਚ ਪਾਉਣ ਦੀ ਜਗ੍ਹਾ ਤੇ ਜੋ ਸਾਡਾ ਮਾਰਜਨ ਹੈ, ਸਾਡੀ ਐਗਜ਼ਾਮਪਲ ਵਿੱਚ 4,90,000 ਹੈ, ਅਸੀਂ ਟੈਕਸੇਬਲ ਇਨਕਮ ਵਿੱਚ ਜਾਣ ਤੋਂ ਬਚ ਸਕਦੇ ਹਾਂ ਅਗਰ ਸਾਡੀ ਜਿਹੜੀ
ਟੋਟਲ ਇਨਕਮ ਹੈ ਉਹ 5 ਲੱਖ ਤੱਕ ਰੁਕ ਜਾਵੇ। ਅਸੀਂ 10,000 ਰੁਪਇਆ ਪਿਛਲੇ ਫਾਈਨੈਂਸ਼ੀਅਲ ਈਅਰ ਵਿੱਚ ਉਹਨੂੰ ਲੈ ਜਾਵਾਂਗੇ ਏਰੀਅਰ ਨੂੰ, ਅਤੇ 2,000 ਨੂੰ ਅਸੀਂ ਕਰੰਟ ਈਅਰ ਦੇ ਵਿੱਚ ਹੀ ਕੈਲਕੂਲੇਟ ਕਰਾਂਗੇ। ਤੁਸੀਂ ਵੇਖੋਗੇ ਕਿ ਇਸ ਤਰੀਕੇ ਨਾਲ ਅਸੀਂ 2,000 ਰੁਪਏ ਦੀ ਰਿਲੀਫ ਲੈਣ ਵਿੱਚ ਕਾਮਯਾਬ ਹੋ ਗਏ ਹਾਂ। ਇਹਨਾਂ ਐਗਜ਼ਾਮਪਲਸ ਦੇ ਨਾਲ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ 10E ਫਾਰਮ ਕਿਹੜੀਆਂ ਪਰਿਸਥਿਤੀਆਂ ਵਿੱਚ ਫਿਲ ਕਰਨਾ ਹੈ ਅਤੇ ਕਿੰਨਾ ਸਰਕਮਸਟਾਂਸਿਸ ਵਿੱਚ ਉਹ ਫਿਲ ਨਹੀਂ ਕਰਨਾ। ਇੱਥੇ ਮੈਂ ਵੀ ਦੱਸਣਾ ਚਾਹੁੰਦਾ ਹਾਂ ਕੁਝ ਐਕਸਲ ਦੇ ਵਿੱਚ ਆਟੋਮੇਟਿਡ 10E ਫਾਰਮਸ ਆਲਰੇਡੀ ਇੰਟਰਨੈਟ ਦੇ ਉੱਤੇ ਅਵੇਲੇਬਲ ਹਨ। ਇੱਕ ਇਸੇ ਤਰ੍ਹਾਂ ਦੇ ਕੈਲਕੂਲੇਟਰ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਸਮਝਾ ਦਿੰਦਾ ਹਾਂ। ਉਦਾਹਰਨ ਦੇ ਤੌਰ 'ਤੇ ਉਸ ਦੀਆਂ 4 ਸ਼ੀਟਸ ਹੋਣਗੀਆਂ। ਜਿਹੜੀ ਐਗਜ਼ਾਮਪਲ ਅਸੀਂ ਸਟਾਰਟਿੰਗ ਵਿੱਚ ਲਈ ਸੀ ਉਹ ਅਸੀਂ ਇੱਥੇ ਲੈਂਦੇ ਹਾਂ। ਤੁਸੀਂ ਵੇਖੋਗੇ ਕਿ ਇੱਥੇ ਕਰੰਟ ਫਾਈਨੈਂਸ਼ੀਅਲ ਈਅਰ ਦੀ ਇਨਕਮ ਲਿਖਣੀ ਹੈ ਇਨਕਲੂਡਿੰਗ ਏਰੀਅਰ, ਜੋ ਕਿ ਸਾਡੀ ਸੀ 5,23,000। ਹੁਣ ਇਸ ਵਿੱਚ ਥੱਲੇ ਉਹ ਸਾਰੇ ਈਅਰਸ ਲਿਖੇ ਨੇ 2006-07 ਤੋਂ ਲਾਸਟ ਈਅਰ ਤੱਕ, ਜਿਸ ਦਾ ਏਰੀਅਰ ਤੁਹਾਨੂੰ ਮਿਲਿਆ ਹੋ ਸਕਦਾ ਹੈ। ਸਾਡੀ ਐਗਜ਼ਾਮਪਲ ਵਿੱਚ ਅਸੀਂ ਫਾਈਨੈਂਸ਼ੀਅਲ ਈਅਰ 19-20 ਦੇ ਵਿੱਚ ਸਾਨੂੰ 24,000 ਰੁਪਇਆ ਏਰੀਅਰ ਮਿਲਿਆ ਸੀ, ਅਤੇ ਉਸ ਸਾਲ ਦੀ ਅਸੀਂ ਟੋਟਲ ਟੈਕਸੇਬਲ ਇਨਕਮ ਵੀ ਇੱਥੇ ਲਿਖਣੀ ਆ, ਜੋ ਕਿ ਸੀ 4,70,000 ਰੁਪਇਆ। ਇਹ ਸ਼ੀਟ ਤੁਹਾਡੀ ਕੰਪਲੀਟ ਹੋ ਚੁੱਕੀ ਹੈ। ਸੈਕਿੰਡ ਸ਼ੀਟ ਓਪਨ ਕਰਾਂਗੇ, ਟੇਬਲ ਏ। ਤੁਸੀਂ ਇੱਥੇ ਵੇਖੋਗੇ ਕਿ ਉਸ ਨੇ ਤੁਹਾਡੇ ਲਈ ਟੈਕਸ ਕੈਲਕੂਲੇਟ ਕਰ ਦਿੱਤਾ ਹੈ। ਪੁਆਇੰਟ 2 ਦੇ ਵਿੱਚ ਹੈ ਟੋਟਲ ਇਨਕਮ ਲਾਸਟ ਫਾਈਨੈਂਸ਼ੀਅਲ ਈਅਰ ਦੀ। ਉਸ ਵਿੱਚ ਉਸਨੇ ਏਰੀਅਰ ਤੁਹਾਡਾ ਇਨਕਲੂਡ ਕਰਕੇ 4 ਨੰਬਰ ਪੁਆਇੰਟ ਦੇ ਵਿੱਚ ਲਿਖ ਦਿੱਤਾ ਹੈ। 5 ਨੰਬਰ ਪੁਆਇੰਟ ਦੇ ਵਿੱਚ ਹੈ ਕਿ ਪਿਛਲੇ ਫਾਈਨੈਂਸ਼ੀਅਲ ਈਅਰ ਦਾ ਤੁਹਾਡਾ ਟੈਕਸ। 6 ਨੰਬਰ ਪੁਆਇੰਟ ਦੇ ਵਿੱਚ ਹੈ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਏਰੀਅਰ ਨੂੰ ਇਨਕਲੂਡ ਕਰਕੇ ਜੋ ਟੈਕਸ ਬਣਿਆ ਹੈ, ਅਤੇ 7th ਕਾਲਮ ਦੇ ਵਿੱਚ ਹੈ ਉਹਨਾਂ ਦੋਵਾਂ ਦਾ ਜੋ ਵੀ ਡਿਫਰੈਂਸ ਆਇਆ ਹੈ। ਇਹ ਆਟੋਮੈਟਿਕ ਕੈਲਕੂਲੇਟਿਡ ਹੈ, ਇਸ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ। ਹੁਣ ਥਰਡ ਇਹਦੇ ਵਿੱਚ ਸ਼ੀਟ ਹੈ ਅਨੈਕਸ਼ਰ 1। ਅਨੈਕਸ਼ਰ 1 ਦੇ ਵਿੱਚ ਉਹ ਤੁਹਾਨੂੰ ਆਟੋਮੈਟਿਕਲੀ ਹੀ ਕਰੰਟ ਈਅਰ ਦੀ ਇਨਕਮ ਸ਼ੋਅ ਕਰ ਰਿਹਾ ਹੈ, ਜੋ ਤੁਹਾਨੂੰ ਏਰੀਅਰ ਮਿਲੇ ਹਨ ਉਹ ਕਰ ਰਿਹਾ ਹੈ। ਟੋਟਲ ਇਨਕਮ ਦੇ ਉੱਤੇ ਜੋ ਬਣਿਆ ਟੈਕਸ ਹੈ ਉਹ ਕਰ ਰਿਹਾ 17,784 ਰੁਪਏ, ਅਤੇ ਇੱਥੇ 5 ਨੰਬਰ ਪੁਆਇੰਟ 'ਤੇ ਉਹ ਕਰ ਰਿਹਾ ਹੈ ਸ਼ੋਅ ਟੈਕਸ, ਜੋ ਕਿ ਅਗਰ ਤੁਹਾਨੂੰ ਏਰੀਅਰ ਨਾ ਮਿਲੇ ਹੁੰਦੇ ਤਾਂ ਤੁਹਾਡੀ ਕਰੰਟ ਇਨਕਮ ਦੇ ਉੱਤੇ ਕੀ ਟੈਕਸ ਹੋਣਾ ਸੀ ਉਹ ਇੱਥੇ ਨਿਲ ਸ਼ੋਅ ਕਰ ਰਿਹਾ ਹੈ। 6 ਨੰਬਰ ਪੁਆਇੰਟ ਦੇ ਉੱਤੇ ਉਹ ਦੋਵਾਂ ਦੇ ਵਿੱਚ ਜੋ ਡਿਫਰੈਂਸ ਸੀ ਉਹ ਕੈਲਕੂਲੇਟ ਕਰਕੇ ਤੁਹਾਨੂੰ ਇੱਥੇ ਵਿਖਾ ਰਿਹਾ ਹੈ। ਅਤੇ ਉਸ ਤੋਂ ਬਾਅਦ 7 ਨੰਬਰ ਪੁਆਇੰਟ ਦੇ ਵਿੱਚ ਉਹ ਏਰੀਅਰ ਨੂੰ ਜਦੋਂ ਅਸੀਂ ਪਿਛਲੇ ਫਾਈਨੈਂਸ਼ੀਅਲ ਈਅਰ ਵਿੱਚ ਇਨਕਲੂਡ ਕੀਤਾ ਤਾਂ ਉਸ ਉੱਤੇ ਕੀ ਟੈਕਸ ਬਣਿਆ ਉਸ ਦੀ ਐਂਟਰੀ ਵਿਖਾ ਰਿਹਾ ਹੈ। ਅੱਜ ਦੀ ਐਗਜ਼ਾਮਪਲ ਵਿੱਚ ਸਾਡਾ ਟੈਕਸ 0 ਸੀ, ਇਸ ਕਰਕੇ ਉਹ 0 ਵਿਖਾ ਰਿਹਾ ਹੈ। ਅਤੇ 8th ਪੁਆਇੰਟ ਵਿੱਚ ਉਹ ਤੁਹਾਡੀ ਸੈਕਸ਼ਨ 89 ਦੇ ਅੰਡਰ ਜਿਹੜੀ ਤੁਹਾਨੂੰ ਰਿਲੀਫ ਮਿਲੇਗੀ ਉਹ ਵਿਖਾ ਰਿਹਾ ਹੈ। ਇਸ ਐਗਜ਼ਾਮਪਲ ਵਿੱਚ 17,784 ਰੁਪਏ ਹੈ, ਜੋ ਕਿ ਸਾਡੀ ਕੈਲਕੂਲੇਸ਼ਨ ਨਾਲ ਬਿਲਕੁਲ ਮੈਚ ਹੋ ਰਹੀ ਹੈ। ਹੁਣ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਅਗਰ ਤੁਸੀਂ ਆਪਣੀ ਟੈਕਸ ਕੈਲਕੂਲੇਸ਼ਨ ਵਿੱਚ ਸੈਕਸ਼ਨ 89 ਦੇ ਵਿੱਚ ਕੋਈ ਰਿਲੀਫ ਲੈ ਰਹੇ ਹੋ, ਤਾਂ ਜਦੋਂ ਵੀ ਤੁਸੀਂ ਆਪਣੀ ਇਨਕਮ ਟੈਕਸ ਦੀ ਰਿਟਰਨ ਫਾਈਲ ਕਰਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਇਨਕਮ ਟੈਕਸ ਲੌਗਇਨ ਅਕਾਊਂਟ ਵਿੱਚ ਜਾ ਕੇ 10E ਫਾਰਮ ਭਰਨ ਦੀ ਜ਼ਰੂਰਤ ਪਵੇਗੀ। ਇਹ ਤੁਹਾਡਾ ਇਨਕਮ ਟੈਕਸ ਲੌਗਇਨ ਅਕਾਊਂਟ ਹੈ। ਤੁਸੀਂ ਵੇਖ ਸਕਦੇ ਹੋ ਇਸ ਵਿੱਚ ਕਿੱਥੇ ਜਾ ਕੇ ਅਸੀਂ 10E ਫਾਰਮ ਫਿਲ ਕਰਨਾ ਹੈ। ਈ ਫਾਈਲ, ਇਨਕਮ ਟੈਕਸ ਫਾਰਮ, ਅਤੇ ਇਸ ਵਿੱਚ ਆਪਸ਼ਨ ਹੈ ਫਾਰਮ ਨੇਮ ਦੀ, ਜਿਸ ਵਿੱਚੋਂ ਅਸੀਂ ਫਾਰਮ ਨੰਬਰ 10E ਫਾਰਮ ਫॉर ਰਿਲੀਫ ਅੰਡਰ ਸੈਕਸ਼ਨ 89 ਨੂੰ ਸਿਲੈਕਟ ਕਰਾਂਗੇ। ਅਗਰ ਤੁਸੀਂ ਇਨਕਮ ਟੈਕਸ ਵਿਭਾਗ ਨੂੰ 10E ਫਾਰਮ ਸਬਮਿਟ ਨਹੀਂ ਕਰਦੇ ਅਤੇ ਆਪਣੀ ਰਿਟਰਨ ਫਾਈਲ ਕਰਦੇ ਹੋ ਜਿਸ ਵਿੱਚ ਤੁਸੀਂ 89 ਸੈਕਸ਼ਨ ਅੰਡਰ ਰਿਲੀਫ ਨੂੰ ਕਲੇਮ ਕੀਤਾ ਹੋਇਆ ਹੈ, ਤਾਂ ਤੁਹਾਡੀ ਜਿਹੜੀ ਰਿਟਰਨ ਹੈ ਉਹ ਪ੍ਰੋਸੈਸ ਸਕਸੈਸਫੁਲੀ ਨਹੀਂ ਹੋ ਸਕੇਗੀ। ਸੋ ਯਾਦ ਰੱਖਣਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ 10E ਫਾਰਮ ਸਬਮਿਟ ਕਰਨਾ ਹੈ, ਉਸ ਤੋਂ ਬਾਅਦ ਹੀ ਆਪਣੀ ਰਿਟਰਨ ਫਾਈਲ ਕਰਨੀ ਹੈ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਜੇ ਕੋਈ ਤੁਹਾਡੇ ਮਨ ਦੇ ਵਿੱਚ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਪੁੱਛ ਸਕਦੇ ਹੋ।